ਪਿਛਲੇ ਲੈਕਚਰ ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀ ਬ੍ਰੀਚ ਆਫ ਡਿਊਟੀ ਦੇ ਬਾਰੇ। ਬ੍ਰੀਚ ਆਫ ਡਿਊਟੀ ਦੇ ਵਿੱਚ ਅਸੀਂ ਇਹ ਗੱਲ ਪੜ੍ਹੀ ਕਿ ਅਗਰ ਕੋਈ ਵਿਅਕਤੀ ਆਪਣੀ ਡਿਊ ਕੇਅਰ ਨੂੰ, ਜੋ ਕਿ ਇੱਕ ਆਰਡੀਨਰੀ ਪ੍ਰੂਡੈਂਟ ਪਰਸਨ ਦੇ ਕੋਲੋਂ ਐਕਸਪੈਕਟ ਕੀਤੀ ਜਾਂਦੀ ਹੈ, ਉਹਨੂੰ ਆਬਜ਼ਰਵ ਨਹੀਂ ਕਰਦਾ ਤੇ ਉਸ ਨੂੰ ਨਾ ਆਬਜ਼ਰਵ ਕਰਨ ਦੇ ਕਰਕੇ ਦੂਸਰੇ ਵਿਅਕਤੀ ਨੂੰ ਕੋਈ ਨੁਕਸਾਨ ਹੁੰਦਾ ਏ, ਦੈਨ ਹੀ ਵਿਲ ਬੀ ਲਾਇਬਲ। ਹੁਣ ਗੱਲ ਆਉਂਦੀ ਆ that what is the standard of care। ਸਟੈਂਡਰਡ ਆਫ ਕੇਅਰ ਕਿੰਨਾ ਕੁ ਚਾਹੀਦਾ ਹੁੰਦਾ ਕਿਸੇ ਕੰਮ ਨੂੰ ਕਰਨ ਦੇ ਲਈ। ਇਹ ਜੋ ਗੱਲ ਆ ਸਟੈਂਡਰਡ ਆਫ ਕੇਅਰ ਦੀ, ਇਹ ਦੋ ਤਿੰਨ ਗੱਲਾਂ ਦੇ ਉੱਤੇ ਡਿਪੈਂਡ ਕਰਦੀ ਹੈ। The law requires taking of these points into consideration to determine the standard of care। ਸਭ ਤੋਂ ਪਹਿਲੇ ਨੰਬਰ ਦੇ ਉੱਤੇ ਜੋ ਤੁਸੀਂ ਆਬਜੈਕਟ ਅਟੇਨ ਕਰਨਾ ਸੀ, ਜੋ ਤੁਸੀਂ ਕੰਮ ਕਰ ਰਹੇ ਸੀ ਉਸ ਟਾਈਮ ਦੇ ਉੱਤੇ, ਜਦੋਂ ਤੁਸੀਂ ਨੈਗਲੀਜੈਂਟ ਤਰੀਕੇ ਨਾਲ ਕਿਸੇ ਨੂੰ ਠੋਕ ਦਿੱਤਾ ਜਾਂ ਨੁਕਸਾਨ ਕਰ ਦਿੱਤਾ, ਉਹ ਕਿੰਨਾ ਕੁ ਇੰਪੋਰਟੈਂਟ ਕੰਮ ਹੈਗਾ ਹੀ, ਡੈਟ ਇਜ਼ ਵੈਰੀ ਇੰਪੋਰਟੈਂਟ। ਉਸ ਕੰਮ ਦੇ ਨਾਲ ਲੋਕਾਂ ਨੂੰ ਕਿੰਨਾ ਕੁ ਰਿਸਕ ਤੁਸੀਂ ਦੇ ਸਕਦੇ ਸੀ, ਕਿੰਨੇ ਕੁ ਖਤਰੇ ਦੇ ਵਿੱਚ ਟਾਲ ਦੇ ਸਕਦੇ ਸੀ, ਡੈਟ ਇਜ਼ ਵੈਰੀ ਇੰਪੋਰਟੈਂਟ। ਤੇ ਤੁਹਾਨੂੰ ਕਿੰਨਾ ਕੁ ਪੈਸਾ ਮਿਲਿਆ ਸੀ ਕੋਈ ਕੰਮ ਕਰਨ ਦੇ ਲਈ। ਪਹਿਲੇ ਨੰਬਰ ਦੇ ਉੱਤੇ ਆਪਾਂ ਇੰਪੋਰਟੈਂਸ ਤੋਂ ਸ਼ੁਰੂ ਕਰਦੇ ਹਾਂ। that what is the importance of the object to be attained। ਇੱਕ ਗੱਲ ਮੈਨੂੰ ਦੱਸੋ, ਜਦੋਂ ਫੋਰ ਐਗਜ਼ਾਮਪਲ ਦੇ ਤੌਰ ਦੇ ਉੱਤੇ ਤੁਸੀਂ ਸਿਰਫ ਇੱਕ ਰਨਿੰਗ ਕਰਨ ਜਾਣਾ ਵਾ ਗੁਰੂ ਨਾਨਕ ਸਟੇਡੀਅਮ ਦੇ ਵਿੱਚ, ਤੇ ਤੁਸੀਂ ਕਿੰਨੀ ਕੁ ਤੇਜ਼ ਸਪੀਡ ਦੇ ਨਾਲ ਬਾਈਕ ਚਲਾ ਕੇ ਜਾਣਾ ਕਿ ਲੈ ਜੀ ਮੈਂ 5 ਵਜੇ ਅਗਰ ਨਹੀਂ ਪਹੁੰਚਿਆ ਤੇ ਪਤਾ ਨਹੀਂ ਕੀ ਹੋ ਜਾਣਾ। 5 ਮਿੰਟ ਲੇਟ ਵੀ ਹੋ ਜਾਓਗੇ, ਉੱਥੇ ਦੌੜਨਾ ਹੀ ਆ ਤੇ ਦੌੜ ਲਓਗੇ। ਠੀਕ ਹੈ ਨਾ। ਜੇ ਫੋਰ ਐਗਜ਼ਾਮਪਲ ਤੁਸੀਂ ਆਪਣੇ ਬਾਈਕ ਦੇ ਉੱਤੇ ਜਾਂ ਆਪਣੀ ਕਾਰ ਦੇ ਉੱਤੇ ਗੁਰੂ ਨਾਨਕ ਸਟੇਡੀਅਮ ਸਿਰਫ ਰਨਿੰਗ ਕਰਨ ਜਾਣਾ ਵਾ, ਜਾਂ ਉੱਦਾਂ ਫੋਰ ਐਗਜ਼ਾਮਪਲ ਤੁਹਾਡੀ ਆਪਣੇ ਦੋਸਤਾਂ ਦੇ ਨਾਲ ਇੱਕ ਗੱਪਾਂ ਮਾਰਨ ਦੇ ਲਈ ਜਾਣਾ ਵਾ, ਤੇ ਗੱਪਾਂ ਮਾਰਨ ਦੇ ਲਈ ਤੁਸੀਂ ਜਾਣ ਦੇ ਲਈ 5 ਮਿੰਟ ਲੇਟ ਹੁੰਦੇ ਪਏ ਹੋ, ਯੂ ਆਰ ਨਾਟ ਸਪੋਜ਼ ਟੂ ਡਰਾਈਵ ਦੀ ਵਹੀਕਲ ਐਟ ਮਚ ਹਾਈ ਸਪੀਡ, ਕਿਉਂਕਿ ਤੁਹਾਡੀ ਉਸ ਸਪੀਡ ਦੇ ਨਾਲ ਲੋਕਾਂ ਨੂੰ ਰਿਸਕ ਹੋ ਸਕਦਾ ਹੈ। ਪਰ ਅਗਰ ਅਸੀਂ ਇਹੀ ਚੀਜ਼ ਕਿਸੇ ਐਂਬੂਲੈਂਸ ਦੇ ਰਿਗਾਰਡਿੰਗ ਦੀ ਦੇਖਦੇ ਹਾਂ, ਇਹੀ ਚੀਜ਼ ਕਿਸੇ ਫਾਇਰ ਬ੍ਰਿਗੇਡ ਦੇ ਰਿਗਾਰਡਿੰਗ ਦੀ ਦੇਖਦੇ ਹਾਂ, ਤੇ ਫਾਇਰ ਬ੍ਰਿਗੇਡ ਜਾਂ ਐਂਬੂਲੈਂਸ ਕਿਸੇ ਮਰੀਜ਼ ਨੂੰ ਲੈ ਕੇ ਤੇ ਜਾਂ ਕਿਸੇ ਅੱਗ ਨੂੰ ਬੁਝਾਉਣ ਦੇ ਲਈ ਚੱਲੇ ਆ, ਤੇ ਜੇ ਉਹ ਲੇਟ ਹੋ ਗਏ ਤੇ ਸਾਹਮਣੇ ਵਾਲਾ ਆਬਜੈਕਟ ਉਹਨਾਂ ਦਾ ਅਚੀਵ ਨਹੀਂ ਹੋਣਾ। ਸਾਹਮਣੇ ਵਾਲਾ ਉਹਨਾਂ ਦਾ ਆਬਜੈਕਟ ਨਾ ਅਚੀਵ ਹੋਣ ਦੇ ਕਾਫੀ ਚਾਂਸਸ ਨੇ। ਇਸ ਕਰਕੇ ਉਹ ਥੋੜਾ ਜਿਹਾ ਰਿਸਕ ਲੈ ਸਕਦੇ ਆ, ਉਹਨਾਂ ਦੀ ਇੰਪੋਰਟੈਂਸ ਜ਼ਿਆਦਾ ਹੈਗੀ ਆ, ਉਹ ਜ਼ਿਆਦਾ ਸਪੀਡ ਦੇ ਵਿੱਚ ਕਾਰ ਆਪਣੀ ਗੱਡੀ ਜਿਹੜੀ ਆ ਚਲਾ ਸਕਦੇ ਆ। तो लॉ डस नॉट रिक्वायर ग्रेटेस्ट पॉसिबल केयर। तो पहले नंबर ਦੇ ਉੱਤੇ लॉ मैं पढ़ाना ਪਿਆ, लॉ ਤੁਹਾਡੇ ਕੋਲ ग्रेटेस्ट पॉसिबल केयर नहीं करी ਮੰਗਦਾ, बट द केयर रिक्वायर्ड इज डेट अ रीजनेबल मैन अंडर सर्टन सर्कमस्टांसिस। पर उन्नी को केयर जरूर ਮੰਗਦਾ है लॉ जो कि एक ਵਿਅਕਤੀ ਆਪਣੇ ਨਾਰਮਲ ਕੰਮਾਂ ਦੇ ਲਈ ਵਰਤਦਾ ਹੈ। The law permit taking chance of some measure of risk so that in the public interest various kinds of activities should go on। law ਕੁਝ ਚਾਂਸ ਨੂੰ ਪਰਮਿਟ ਕਰਦਾ ਹੈ ਕਿ ਕੋਈ ਗੱਲ ਨਹੀਂ, ਰਿਸਕ ਲੈ ਸਕਦੇ ਹੋ ਲੋਕਾਂ ਦੇ ਨਾਲ, ਤੁਸੀਂ ਸਪੀਡਲੀ ਕੋਈ ਕੰਮ ਕਰ ਸਕਦੇ ਹੋ, ਸੋ ਡੈਟ ਇਸ ਤੋਂ ਜ਼ਿਆਦਾ ਇੰਪੋਰਟੈਂਟ ਪਬਲਿਕ ਇੰਟਰਸਟ ਪੂਰੇ ਕੀਤੇ ਜਾ ਸਕਣ। ਫੋਰ ਐਗਜ਼ਾਮਪਲ ਦੇ ਤੌਰ ਦੇ ਉੱਤੇ ਹੁਣ ਤੁਸੀਂ ਦੇਖਿਆ ਹੋਣਾ ਬੁਲਟ ਟ੍ਰੇਨਾਂ ਇੰਡੀਆ ਦੇ ਵਿੱਚ ਲੈਣ ਕੇ ਆਉਣ ਦਾ ਕੰਸੈਪਟ ਹੈਗਾ ਏ ਕਿ ਸ਼ਾਇਦ ਬੁਲਟ ਟ੍ਰੇਨਸ ਆਪਣੇ ਇੰਡੀਆ ਦੇ ਵਿੱਚ ਆ ਜਾਣ। ਆਪਾਂ ਸ਼ਤਾਬਦੀ ਟ੍ਰੇਨ ਦੇ ਬਾਰੇ ਗੱਲ ਕੀਤੀ ਆ, ਆਪਾਂ ਇਸ ਤੋਂ ਇਲਾਵਾ ਹੋਰ ਵੀ ਕਈ ਇੱਦਾਂ ਦੀਆਂ ਟ੍ਰੇਨਾਂ ਦੇ ਬਾਰੇ ਸੁਣਿਆ ਵਾ ਜੋ ਕਿ ਬਹੁਤ ਸਪੀਡਲੀ ਚੱਲਦੀਆਂ ਨੇ। ਅਗਰ ਜਾਪਾਨ ਦੇ ਵਿੱਚ ਦੇਖੋ ਤਾਂ ਬੁਲਟ ਟ੍ਰੇਨਾਂ ਬਹੁਤ ਜ਼ਿਆਦਾ ਚੱਲਦੀਆਂ ਨੇ, ਤਾਂ ਬੁਲਟ ਟ੍ਰੇਨ ਦੀ ਤਾਂ ਸਪੀਡ ਹੀ ਬਹੁਤ ਜ਼ਿਆਦਾ ਹੁੰਦੀ ਆ। ਅਗਰ ਮੰਨ ਲਓ ਜੇ ਕੋਈ ਅੱਗੇ ਆ ਗਿਆ, ਉਹ ਤਾਂ ਵਿਚਾਰੇ ਆ ਮਰ ਸਕਦਾ ਏ। ਤਾਂ ਇੱਦਾਂ ਕਰਨਾ ਚਾਹੀਦਾ ਹੈ ਕਿ ਆਪਾਂ ਨੂੰ ਜਿਹੜੀਆਂ ਜੋ ਟ੍ਰੇਨਸ ਹੈਗੀਆਂ ਨੇ ਉਹ 5 ਜਾਂ 10 ਕਿਲੋਮੀਟਰ ਦੇ ਹਿਸਾਬ ਦੇ ਨਾਲ ਚਲਾਉਣੀਆਂ ਚਾਹੀਦੀਆਂ ਏ, ਸੋ ਡੈਟ ਇੰਜਰੀ ਨੂੰ ਰੋਕਿਆ ਜਾ ਸਕੇ। ਗੱਲ ਬੜੀ ਵਧੀਆ ਏ ਕਿ ਕਿਸੇ ਤਰ੍ਹਾਂ ਦੀ ਕੋਈ ਇੰਜਰੀ ਨਹੀਂ ਹੋਊਗੀ, ਬਟ ਵਾਟ ਵਿਲ ਹੈਪਨ ਅਗਰ 5 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਟ੍ਰੇਨਸ ਚੱਲਦੀਆਂ ਨੇ ਜਾਂ 10 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਟ੍ਰੇਨ ਚੱਲਦੀਆਂ ਨੇ, ਤਾਂ ਸਾਡੀ ਨੈਸ਼ਨਲ ਗਰੋਥ ਹੋਣ ਦੀ ਸੰਭਾਵਨਾ ਫਿਰ ਘਟ ਜਾਊਗੀ। ਫਿਰ ਉਸ ਟਾਈਮ ਦੇ ਉੱਤੇ ਸਾਡੀ ਨੈਸ਼ਨਲ ਗਰੋਥ ਹੋਣ ਦੇ ਚਾਂਸਸ ਘਟ ਜਾਊਗੇ, ਕਿਉਂਕਿ ਇੰਨੀ ਸਲੋ ਸਪੀਡ। ਤਾਂ ਕਹਿਣ ਦਾ ਮਤਲਬ ਨੈਸ਼ਨਲ ਇੰਪੋਰਟੈਂਸ ਨੂੰ ਧਿਆਨ ਦੇ ਵਿੱਚ ਰੱਖ ਕੇ ਤੇਜ਼ ਗੱਡੀਆਂ ਦੇ ਕੰਸੈਪਟ ਇੰਡੀਆ ਦੇ ਵਿੱਚ ਇੰਟਰੋਡਿਊਸ ਕੀਤੇ ਜਾ ਰਹੇ ਨੇ।
If all the trains in this country were restricted to a speed of 5 miles an hour, there would be fewer accident. शायद accident हो भी ना. But our national life would be intolerably slow down. पर साड़ी जो national life बहुत ज़्यादा धीमी हो जानी है. The purpose to be served is sufficiently important. अगर important बहुत ज़्यादा काम ਤੁਸੀਂ ਕਰਦੇ ਪਏ ਹੋ, तो ਫਿਰ ਤੁਸੀਂ abnormal risk ਵੀ ਲੈ ਸਕਦੇ ਹੋ. ਦੋਨਾਂ ਦੇ ਵਿੱਚ ਬੜੀ ਇੰਪੋਰਟੈਂਟ ਬੈਲੈਂਸ ਨੂੰ ਮੇਨਟੇਨ ਕਰਨਾ ਬਹੁਤ ਜ਼ਰੂਰੀ ਆ ਕਿ ਤੁਸੀਂ ਕਿੰਨਾ ਇੰਪੋਰਟੈਂਟ ਕੰਮ ਕਰਦੇ ਪਏ ਹੋ ਤੇ ਉਸ ਕੰਮ ਨੂੰ ਕਰਨ ਦੇ ਲਈ ਲੋਕਾਂ ਦੇ ਨਾਲ ਕਿੰਨਾ ਕੁ ਰਿਸਕ ਲੈ ਸਕਦੇ ਹੋ. A balance is therefore to be laid down between the importance and useful of an act and the risk created thereby. ਇਹਦਾ ਮਤਲਬ ਕੀ ਆ? A certain speed may not be negligent for fire brigade vehicles. ਫਾਇਰ ਬ੍ਰਿਗੇਡ ਵਹੀਕਲ ਅਗਰ ਮੰਨ ਲਓ ਫੋਰ ਐਗਜ਼ਾਮਪਲ ਦੇ ਤੌਰ ਦੇ ਉੱਤੇ ਕਿਸੇ ਭੀੜ ਭਾੜ ਵਾਲੇ ਏਰੀਏ ਦੇ ਵਿੱਚ ਵੀ 40 ਤੋਂ 50 ਦੀ ਸਪੀਡ ਨਾਲ ਨਿਕਲਦੀ ਪਈ ਆ, ਡੈਟ ਇਜ਼ ਜਸਟੀਫਾਈਡ. ਬਟ ਅਗਰ ਤੁਸੀਂ ਆਪਣੀ ਕਾਰ ਨੂੰ ਵੀ ਉਸੇ ਸਪੀਡ ਨਾਲ ਕੱਢਦੇ ਪਏ ਹੋ, ਡੈਟ ਇਜ਼ ਨਾਟ ਜਸਟੀਫਾਈਡ. ਬਟ ਦ ਸੇਮ ਸਪੀਡ ਮੇ ਬੀ ਐਨ ਐਕਟ ਆਫ ਨੈਗਲੀਜੈਂਸ ਫॉर ਅਨਦਰ ਟਾਈਪ ਆਫ ਵਹੀਕਲਸ. ਇੱਥੇ ਤੱਕ ਕਰ ਲਓ. ਉਸ ਤੋਂ ਬਾਅਦ ਵਿੱਚ ਸਟੈਂਡਰਡ ਆਫ ਕੇਅਰ ਤੋਂ ਬਾਅਦ ਵਿੱਚ ਸਟੈਂਡਰਡ ਆਫ ਕੇਅਰ ਦੇ ਵਿੱਚ ਇੰਪੋਰਟੈਂਸ ਆਫ ਦੀ ਆਬਜੈਕਟ ਟੂ ਬੀ ਅਟੇਨਡ ਤੋਂ ਬਾਅਦ ਵਿੱਚ ਦੂਸਰਾ ਪੈਰਾਮੀਟਰ ਆਪਾਂ ਰੱਖਣਾ ਵਾ ਦੀ ਮੈਗਨੀਟਿਊਡ ਆਫ ਰਿਸਕ. ਮੈਗਨੀਟਿਊਡ ਆਫ ਰਿਸਕ ਦਾ ਮਤਲਬ ਕੀ ਆ ਕਿ ਕਿੰਨਾ ਕੁ ਰਿਸਕ ਹੋਣ ਦੀ ਸੰਭਾਵਨਾ ਵਾ ਜਿਹਦੇ ਅਕੋਰਡਿੰਗਲੀ ਤੁਹਾਡੀ ਡਿਗਰੀ ਆਫ ਕੇਅਰ ਬਦਲੇਗੀ. The degree of care required varies according to each situation. ਹਰ ਸਿਚੁਏਸ਼ਨ ਦੇ ਅਕੋਰਡਿੰਗਲੀ ਤੁਹਾਡੀ ਡਿਗਰੀ ਆਫ ਕੇਅਰ ਵੀ ਵੱਖਰੀ ਵੱਖਰੀ ਹੁੰਦੀ ਹੈ. ਵਟ ਮੇ ਬੀ ਕੇਅਰਫੁਲ ਐਕਟ ਇਨ ਵਨ ਸਿਚੁਏਸ਼ਨ. ਇੱਕ ਸਿਚੁਏਸ਼ਨ ਦੇ ਵਿੱਚ ਜੋ ਇੱਕ ਕੰਮ ਕੇਅਰਫੁਲ ਐਕਟ ਮੰਨਿਆ ਜਾਂਦਾ ਵਾ, ਇਟ ਮੇ ਬੀ ਨੈਗਲੀਜੈਂਟ ਐਕਟ ਇਨ ਅਨਦਰ ਸਿਚੁਏਸ਼ਨ. ਅਗਰ ਨੈਸ਼ਨਲ ਹਾਈਵੇ ਦੇ ਵਿੱਚ ਤੁਸੀਂ 60 ਜਾਂ 70 ਦੀ ਸਪੀਡ ਨਾਲ ਆਪਣੀ ਕਾਰ ਚਲਾਉਂਦੇ ਪਏ ਹੋ, ਇੱਕ ਕੇਅਰਫੁਲ ਐਕਟ ਮੰਨਿਆ ਜਾਏਗਾ. ਬਟ ਅਗਰ ਸਬਜ਼ੀ ਮੰਡੀ ਦੇ ਵਿੱਚ ਤੁਸੀਂ 60 ਜਾਂ 70 ਦੀ ਸਪੀਡ ਚਲਾਉਂਦੇ ਪਏ ਹੋ ਤੇ ਉਸ ਨੂੰ ਨੈਗਲੀਜੈਂਟ ਐਕਟ ਮੰਨਿਆ ਜਾ ਸਕਦਾ ਹੈ. The law does not demand the same amount of care under all situations. ਹਰ ਸਿਚੁਏਸ਼ਨ ਦੇ ਵਿੱਚ ਲਾਅ ਇਹ ਨਹੀਂ ਕਹਿੰਦਾ ਕਿ ਨਹੀਂ ਇੰਨੀ ਸਪੀਡ ਹੀ ਰੱਖੋ ਜਾਂ ਫੋਰ ਐਗਜ਼ਾਮਪਲ ਇੰਨਾ ਧਿਆਨ ਹੀ ਰੱਖੋ. ਸਿਚੁਏਸ਼ਨ ਟੂ ਸਿਚੁਏਸ਼ਨ ਤੁਹਾਡਾ ਡਿਊਟੀ ਆਫ ਕੇਅਰ ਵੀ ਬਦਲਦਾ ਰਹਿੰਦਾ ਹੈ. The kind of risk involved determines the precautions which the defendant is expected to take. ਕਿ ਕਿੱਦਾਂ ਦਾ ਰਿਸਕ ਹੋ ਸਕਦਾ ਹੈ ਉਹ ਡਿਟਰਮਿਨ ਕਰਦਾ ਹੈ ਪ੍ਰੀਕਾਸ਼ਨਸ ਕੀ ਰੱਖਣੇ ਆ. ਇੱਥੇ ਤੱਕ ਕਰਨ ਤੋਂ ਬਾਅਦ ਆਓ ਜੀ ਇੱਕ ਪੈਰਾ ਛੱਡ ਕੇ ਡਿਗਰੀ ਆਫ ਕੇਅਰ ਕਿਹਦੇ ਉੱਤੇ ਡਿਪੈਂਡ ਕਰਦਾ? ਮੈਗਨੀਟਿਊਡ ਆਫ ਰਿਸਕ ਦੇ ਉੱਤੇ. ਫੋਰ ਐਗਜ਼ਾਮਪਲ ਦੇ ਤੌਰ ਦੇ ਉੱਤੇ ਅਗਰ ਤੁਹਾਡੇ ਵਹੀਕਲ ਦੇ ਵਿੱਚ ਕੱਪੜਿਆਂ ਦਾ ਸਮਾਨ ਹੈਗਾ ਏ ਤਾਂ ਉਹਦੇ ਨਾਲ ਆਂਢ ਗੁਆਂਢ ਦੀਆਂ ਕਾਰਾਂ ਕੂਰਾਂ ਨੂੰ ਕੋਈ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਹੈਗਾ. ਪਰ ਅਗਰ ਮੰਨ ਲਓ ਕੋਈ ਤੁਸੀਂ ਆਪਣੇ ਵਹੀਕਲ ਦੇ ਵਿੱਚ ਕੋਈ ਹੈਜ਼ਾਰਡਸ ਸਮਾਨ ਲੈ ਕੇ ਜਾਂਦੇ ਪਏ ਹੋ, ਤੁਹਾਡੀ ਫਿਰ ਡਿਊਟੀ ਆਫ ਕੇਅਰ ਵਧੀ ਹੋਗੀ. ਅਗਰ ਮੰਨ ਲਓ ਫੋਰ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਨੈਸ਼ਨਲ ਹਾਈਵੇ ਦੇ ਵਿੱਚ ਦੇਖਿਆ ਹੋਣਾ ਕਿ ਅਗਰ ਕੋਈ ਪੈਟਰੋਲ ਦਾ ਟਰੱਕ ਜਾਣ ਡਿਆ, ਤੁਸੀਂ ਵੀ ਤਾਂ ਦੂਰੀ ਬਣਾ ਕੇ ਰੱਖੋਗੇ. ਇਹ ਨਾ ਹੋਵੇ ਭਾਈ ਲੀਕ ਆਊਟ ਹੋ ਜਾਵੇ ਤੇ ਸਾਨੂੰ ਅੱਗ ਲੱਗ ਜਾਵੇ. ਪਰ ਜੇ ਉਹੀ ਕੋਈ ਦੁੱਧ ਦਾ ਟਰੱਕ ਜਾ ਰਿਹਾ ਵਾ, ਤੁਸੀਂ ਵੀ ਰਿਸਕ ਲੈ ਲੈਂਦੇ ਹੋ. ਕੋਈ ਗੱਲ ਨਹੀਂ, ਟਰੱਕ ਦੁੱਧ ਦਾ ਹੀ ਹੈ ਤੇ ਦੁੱਧ ਵਾਲੇ ਨੂੰ ਵੀ ਪਤਾ ਕੋਈ ਗੱਲ ਨਹੀਂ ਦੁੱਧ ਦਾ ਟਰੱਕ ਹੀ ਆ. ਤਾਂ ਕਹਿਣ ਦਾ ਮਤਲਬ ਆ ਕਿ ਡਿਊਟੀ ਆਫ ਕੇਅਰ ਵੀ ਰਿਸਕ ਦੇ ਅਕੋਰਡਿੰਗਲੀ ਘਟਦੀ ਜਾਂ ਵੱਧਦੀ ਰਹਿੰਦੀ ਹੈ. The degree of care depend upon the magnitude of risk which could have been foreseen by a reasonable and prudent man. Does the driver of a vehicle should take great care when it is drizzling? ਜਦੋਂ ਮੀਂਹ ਪੈ ਰਿਹਾ ਏ ਉਸ ਟਾਈਮ ਦੇ ਉੱਤੇ ਆਪਾਂ ਨੂੰ ਬੜੇ ਸੇਫਲੀ ਡਰਾਈਵ ਕਰਨੀ ਪੈਂਦੀ ਹੈ. A person carrying a loaded gun, ਜੇ ਤੁਹਾਡੇ ਕੋਲ ਲੋਡਡ ਗਨ ਆ ਤੁਸੀਂ ਬੜੇ ਧਿਆਨ ਨਾਲ ਰੱਖੋਗੇ ਇਨ ਕੰਪੈਰੀਜ਼ਨ ਟੂ ਅਨਲੋਡਡ ਗਨ. ਅਨਲੋਡਡ ਗਨ ਨਾ ਕਿ ਮਰਨਾ ਵਾ, ਬਟ ਜੇ ਲੋਡਡ ਗਨ ਨੱਪੀ ਗਈ ਸਾਹਮਣੇ ਵਾਲਾ ਬੰਦਾ ਤਾਂ ਮਰ ਸਕਦਾ ਹੈ. A person carrying a loaded gun is expected to take more precautions than a person carrying an ordinary a stick. ਇਸ ਤੋਂ ਇਲਾਵਾ greater care is required to be taken in transporting inflammable ਦਾ ਮਤਲਬ ਆ ਅੱਗ ਲਗਾਉਣ ਜਾਂ ਭੜਕਾਉਣ ਵਾਲੇ ਯੰਤਰ. Transporting inflammable and explosive materials than in transporting ordinary goods. Similarly, while transporting petrol, ਜੇ ਤੁਸੀਂ ਪੈਟਰੋਲ ਨੂੰ ਟਰਾਂਸਪੋਰਟ ਕਰਦੇ ਪਏ ਹੋ ਤੇ ਉਸ ਟਾਈਮ ਦੇ ਉੱਤੇ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ
in comparison to transporting the milk or water। ਇੱਥੇ ਤੱਕ ਕਰ ਲਓ ਜੀ। ਉਸ ਤੋਂ ਬਾਅਦ ਵਿੱਚ 2 ਪੈਰੇ ਛੱਡਣ ਤੋਂ ਬਾਅਦ ਕੇਰਲਾ ਸਟੇਟ ਇਲੈਕਟ੍ਰਿਸਿਟੀ ਬੋਰਡ ਵਰਸਸ ਸੁਰੇਸ਼ ਕੁਮਾਰ ਦੀ ਜਜਮੈਂਟ ਤੁਹਾਨੂੰ ਮਿਲੀ ਜੀ। 1986 ਦੀ ਜਜਮੈਂਟ ਹੈ। ਗੁਰਵਿੰਦਰ ਐਂਡ ਸਾਹਿਲ, whether you have found the judgment of Kerala State Electricity Board versus Suresh Kumar। ਇੱਕ ਪੈਰਾ ਛੱਡ ਕੇ ਹੀ ਹੈ। ਸਪੀਕਰ ਆਫ ਕਰਕੇ ਮੈਨੂੰ ਸਪੀਕਰ ਸਾਈਡ ਤੇ ਕਰਕੇ ਮੈਨੂੰ ਦੱਸੋ, ਸਪੀਕਰ ਔਨ ਕਰਕੇ। ਆਈ ਥਿੰਕ ਨਹੀਂ ਲੱਭੀ, ਆਵਾਜ਼ ਨਹੀਂ ਆ ਰਹੀ ਯਾਰ ਤੁਹਾਡੀ। ਹੈਲੋ, ਹਾਂਜੀ ਆਵਾਜ਼ ਆ ਰਹੀ। ਕੇਰਲਾ ਸਟੇਟ ਮਿਲ ਗਈ ਸਰ, ਮਿਲ ਗਈ। ਤੇ ਦੱਸ ਦਿਆ ਕਰੋ ਨਾ ਯਾਰ। ਇਨ ਕੇਰਲਾ ਸਟੇਟ ਇਲੈਕਟ੍ਰਿਸਿਟੀ ਬੋਰਡ ਵਰਸਸ ਸੁਰੇਸ਼ ਕੁਮਾਰ, ਇੱਕ ਮਾਈਨਰ ਬॉय ਸੀ, ਮਾਈਨਰ ਮਤਲਬ 18 ਸਾਲ ਤੋਂ ਘੱਟ ਮੁੰਡਾ ਸੀ। he came into contact with an overhead electric wire। ਇੱਕ ਬਹੁਤ ਬਿਜਲੀ ਦੀ ਤਾਰ ਦੇ ਉਹ ਕੰਟੈਕਟ ਦੇ ਵਿੱਚ ਆ ਗਿਆ, ਜੋ ਕਿ ਜ਼ਮੀਨ ਤੋਂ 3 ਫੀਟ ਉਚਾਈ ਤੇ ਲੱਗੀ ਸੀ। 3 ਫੀਟ ਉਚਾਈ ਤੋਂ ਇਹ ਤਾਂ ਖਤਰਨਾਕ ਚੀਜ਼ ਹੋ ਗਈ ਨਾ। ਘੱਟੋ ਘੱਟ 15 ਜਾਂ 20 ਫੀਟ ਉਚਾਈ ਦੇ ਉੱਤੇ ਤਾਂ ਬਿਜਲੀ ਦੀਆਂ ਤਾਰਾਂ ਹੋਣੀਆਂ ਚਾਹੀਦੀਆਂ। ਆ ਕਿ 3 ਫੀਟ ਦੀ ਹੈ, ਕੋਈ ਵੀ ਤੁਰਦਾ ਫਿਰਦਾ ਬੰਦਾ ਵਿਚਾਰਾ ਵੱਜੂਗਾ। A minor boy came in contact with an overhead electric wire which had sagged to 3 feet above the ground, got electrocuted thereby। ਉਹਨੂੰ ਬਿਜਲੀ ਦਾ ਕਰੰਟ ਲੱਗ ਗਿਆ ਵਿਚਾਰੇ ਨੂੰ, ਤੇ ਉਹਨੂੰ ਬਰਨ ਇੰਜਰੀਜ਼ ਹੋ ਗਈਆਂ। ਉਹਨੂੰ ਬਰਨ ਇੰਜਰੀਜ਼ ਹੋ ਗਈਆਂ, ਮਤਲਬ ਉਹਦਾ ਸਰੀਰ ਸੜ ਗਿਆ। ਹੁਣ ਇਸ ਕੇਸ ਦੇ ਵਿੱਚ ਦੇਖੋ, ਇਹ ਡਿਊਟੀ ਆਫ ਕੇਅਰ ਕਿਹਦੀ ਸੀ? ਰਿਸਕ ਜ਼ਿਆਦਾ ਵਾ, ਜੇ ਰਿਸਕ ਜ਼ਿਆਦਾ ਵਾ ਤੇ ਫਿਰ ਕੇਅਰ ਵੀ ਇੱਥੇ ਜ਼ਿਆਦਾ ਕਰਨੀ। The court held that electricity board had a duty to keep the overhead fire 15 feet above the ground। ਇਲੈਕਟ੍ਰਿਸਿਟੀ ਬੋਰਡ ਨੇ ਗੱਲ ਕੀਤੀ ਕਿ ਜੋ ਕੋਰਟ ਨੇ ਗੱਲ ਕਹੀ ਕਿ ਇਲੈਕਟ੍ਰਿਸਿਟੀ ਬੋਰਡ ਦੀ ਡਿਊਟੀ ਸੀ ਕਿ ਇਹਨਾਂ ਤਾਰਾਂ ਨੂੰ 15 ਫੁੱਟ ਉਚਾਈ ਦੇ ਉੱਤੇ ਲਾਇਆ ਜਾਵੇ। ਇਸ ਕਰਕੇ ਨਹੀਂ ਲਾਇਆ ਤੇ ਇਹਨਾਂ ਦੀ ਗਲਤੀ ਆ। The board was held liable for the breach of its ਸਟੈਚੂਟਰੀ ਡਿਊਟੀ। ਆਪਣੀ ਸਟੈਚੂਟਰੀ ਡਿਊਟੀ ਨੂੰ ਇਹਨਾਂ ਨੇ ਨਹੀਂ ਨਿਭਾਇਆ, ਇਸ ਕਰਕੇ ਬੋਰਡ ਦੀ ਲਾਇਬਿਲਿਟੀ ਵੀ ਆ ਗਈ ਸੀ। ਹੁਣ ਅਗਲੀ ਇੱਕ ਜਜਮੈਂਟ ਹੈ ਸਾਗਰ ਚਾਂਦ ਵਰਸਸ ਸਟੇਟ ਆਫ ਜੰਮੂ ਐਂਡ ਕਸ਼ਮੀਰ। AIR 1999 ਜੰਮੂ ਐਂਡ ਕਸ਼ਮੀਰ, ਪੇਜ ਨੰਬਰ 154 ਦੀ ਇੱਕ ਜਜਮੈਂਟ ਆ, ਜਿਹਦੇ ਵਿੱਚ 2 ਬੱਚੇ ਸੀ। ਇੱਕ ਬੱਚੇ ਦੀ ਉਮਰ 7 ਸਾਲ ਤੇ ਇੱਕ ਬੱਚੇ ਦੀ ਉਮਰ 11 ਸਾਲ। ਉਹ ਝੋਨੇ ਦੀ ਫੀਲਡ ਦੇ ਵਿੱਚੋਂ ਜਾ ਰਹੇ ਸੀ। were passing through a paddy field in the village as they were going to take bath। ਟਿਊਬਵੈਲ ਦੇ ਵਿੱਚ ਵਿਚਾਰੇ ਨਹਾਉਣ ਜਾ ਰਹੇ ਸੀ। ਉੱਥੇ ਕੀ ਹੋਇਆ, ਖੇਤਾਂ ਦੇ ਵਿੱਚ ਇੱਕ ਇਲੈਕਟ੍ਰਿਕ ਲਾਈਨ ਜਿਹੜੀ ਹੈਗੀ ਸੀ ਉਹਦੀ ਰਿਪੇਅਰਿੰਗ ਹੋ ਰਹੀ ਸੀ। The electric line in that area was under repairs। ਜੋ ਲਾਈਨਮੈਨ ਦੀ ਨੈਗਲੀਜੈਂਸ ਦੇ ਕਰਕੇ ਉਹ 2 ਛੋਟੇ ਛੋਟੇ ਬੱਚੇ 7 ਤੇ 11 ਸਾਲ ਦੇ ਬੱਚੇ ਇਲੈਕਟ੍ਰਿਕ ਵਾਇਰ ਦੇ ਕੰਟੈਕਟ ਦੇ ਵਿੱਚ ਆ ਗਏ, ਜਿਨ੍ਹਾਂ ਦੇ ਨਾਲ ਉਹਨਾਂ ਬੱਚਿਆਂ ਨੂੰ ਕਰੰਟ ਲੱਗਿਆ ਤੇ ਬੱਚੇ ਮਰ ਗਏ। The electric line in that area was under repairs। Due to the negligence of the lineman, the child came in contact with the live electric wires। They got electrocuted and died। It was held by the court that State Department was held vicariously liable। ਸਰਵੈਂਟ ਦੇ ਐਕਟ ਦੇ ਲਈ ਕੌਣ ਲਾਇਬਲ ਹੋਏਗਾ? ਮਾਸਟਰ ਲਾਇਬਲ ਹੋਏਗਾ ਨਾ। ਸਟੇਟ ਡਿਪਾਰਟਮੈਂਟ ਨੂੰ ਵਿਕੇਰੀਅਸਲੀ ਲਾਇਬਲ ਕੀਤਾ ਗਿਆ ਫॉर द negligence of the lineman and state department was required to pay compensation of rupees 60,000 ਰੁਪਇਆ and 75,000 ਰੁਪਏ for the same। 60 ਤੇ 75,000 ਰੁਪਇਆ ਬੱਚਿਆਂ ਦੇ ਮਾਪਿਆਂ ਨੂੰ ਮਿਲਿਆ ਹੋਊਗਾ। ਸੋ ਇਟ ਵਾਸ ਦੀ ਕੇਸ ਆਫ ਮੈਗਨੀਟਿਊਡ ਆਫ ਰਿਸਕ। ਉਸ ਤੋਂ ਬਾਅਦ ਵਿੱਚ ਇੰਨੀ ਗੱਲ ਕਰ ਲਓ। ਇੰਨੀ ਗੱਲ ਕਰਨ ਤੋਂ ਬਾਅਦ ਵਿੱਚ 1 2 3 4 5 6 ਪੇ ਛੱਡਣ ਤੋਂ ਬਾਅਦ ਵਿੱਚ amount of consideration for which services etc are offered ਮਿਲ ਗਿਆ ਜੀ। C point ਆ
the amount of consideration for which services etc are offered। ਜੇ ਮਿਲ ਗਿਆ ਤੇ ਮੈਨੂੰ ਮਿਲ ਗਿਆ ਸਰ। ਠੀਕ ਹੈ ਜੀ, ਮਿਲ ਗਿਆ, ਬਹੁਤ ਵਧੀਆ ਵਾ। ਹੁਣ ਇੱਕ ਗੱਲ ਦੱਸੋ, ਤੁਸੀਂ ਕਿਸੇ ਰੇਹੜੀ ਦੇ ਉੱਤੇ 버ਗਰ ਖਾਣ ਗਏ ਹੋ ਕਦੀ? ਸਾਹਿਲ ਜਾਂ ਗੁਰਵਿੰਦਰ? ਯੈਸ ਸਰ। ਉੱਥੇ ਪਾਣੀ ਪੀਤਾ ਕਦੀ? ਆਪਾਂ ਸਿਟੀ ਹਾਲ ਦੇ ਕੋਲ ਯੈਸ ਸਰ। ਸਿਟੀ ਹਾਲ ਦੇ ਕੋਲ ਗੋਲ ਗੱਪੇ ਖਾਣ Sir। ਜਾਂਦੇ ਆ, ਪਾਣੀ ਮਿਲਦਾ ਨਾ ਆਪਾਂ ਨੂੰ, ਮਿਨਰਲ ਵਾਟਰ ਮਿਲਦਾ ਵਾ ਆਪਾਂ ਨੂੰ? ਨਹੀਂ ਸਰ। ਪਾਣੀ ਆਪਾਂ ਨੂੰ ਸਿੰਪਲ ਮਿਲਦਾ। ਜੇ ਉਹੀ ਤੁਸੀਂ ਬਹੁਤ ਵਧੀਆ ਕਿਸੇ ਹੋਟਲ 5 ਸਟਾਰ ਹੋਟਲ ਦੇ ਵਿੱਚ ਜਾਓ, ਉੱਥੇ ਦੇ ਪਾਣੀ ਦੀ ਕੁਆਲਿਟੀ ਤੇ ਇੱਕ ਸਿੰਪਲ ਰੇਹੜੀ ਵਾਲੇ ਦੇ ਪਾਣੀ ਦੀ ਕੁਆਲਿਟੀ ਦਾ ਡਿਫਰੈਂਸ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ? ਹੋਣਾ ਚਾਹੀਦਾ ਸਰ। ਕਿਉਂ? ਬਿਕੋਜ਼ ਇੱਕ 5 ਸਟਾਰ ਹੋਟਲ ਤੁਹਾਡੇ ਕੋਲ ਪੈਸੇ ਜ਼ਿਆਦਾ ਲੈ ਰਿਹਾ ਵਾ, ਹੈ ਨਾ? ਜੇ ਕੋਈ ਵਿਅਕਤੀ ਤੁਹਾਡੇ ਕੋਲ ਪੈਸੇ ਜ਼ਿਆਦਾ ਲੈ ਰਿਹਾ ਸਰ ਵਾ, ਉਹ ਫਿਲਟਰ ਦਾ ਹੋਊਗਾ, ਹਾਂਜੀ, ਰੇਹੜੀ ਤੇ ਸਿੰਪਲ ਪਾਣੀ। ਰੇਹੜੀ ਤੇ ਸਿੰਪਲ, ਹਾਂ, ਉੱਥੇ ਤੁਸੀਂ ਇਹ ਕਹਿ ਸਕਦੇ ਹੋ ਕਿ ਸੇਫ ਵਾਟਰ ਹੋਣਾ ਚਾਹੀਦਾ। ਬਟ ਮਿਨਰਲ ਵਾਟਰ ਦੀ ਜੇ ਕੁਆਲਿਟੀ ਦੀ ਗੱਲ ਕਰੀਏ ਤੇ ਉਹਦੀ ਕੁਆਲਿਟੀ ਜ਼ਿਆਦਾ ਹੋਣੀ ਚਾਹੀਦੀ ਹੈ। ਜੇ ਫੋਰ ਐਗਜ਼ਾਮਪਲ ਤੁਸੀਂ ਇੱਕ ਛੋਟੇ ਮੋਟੇ ਹਸਪੀਟਲ ਦੇ ਵਿੱਚ ਗਏ ਹੋ, ਉਹਨਾਂ ਦੀ ਜੋ ਸਟੈਂਡਰਡ ਆਫ ਕੇਅਰ ਇਨ ਕੰਪੈਰੀਜ਼ਨ ਟੂ 5 ਸਟਾਰ ਹਸਪੀਟਲ ਘੱਟ ਹੋਏਗੀ। ਤਾਂ ਜਿੰਨਾ ਜ਼ਿਆਦਾ ਪੈਸਾ ਖਰਚੋਗੇ ਤੇ ਜਾਂ ਕੋਈ ਵਿਅਕਤੀ ਜਿੰਨਾ ਜ਼ਿਆਦਾ ਪੈਸਾ ਲਏਗਾ, ਉਹਦੀ ਜ਼ਿੰਮੇਵਾਰੀ ਉਨੀ ਹੀ ਜ਼ਿਆਦਾ ਬਣਦੀ ਹੈ। ਇਹ ਲਾਅ ਆਫ ਟਾਟਸ ਵਿੱਚ ਕਿਹਾ, ਮੈਂ ਨਹੀਂ ਕਹਿਣ ਡਿਆ, ਇਟ ਇਜ਼ ਨਾਟ ਮਾਈ ਥਿੰਕਿੰਗ। ਵਿਅਕਤੀ ਦੀ ਕੋਈ ਕਦੀ ਵੀ ਰਿਸਪੌਂਸਿਬਿਲਿਟੀ ਪੈਸਿਆਂ ਦੇ ਉੱਤੇ ਨਿਰਧਾਰਿਤ ਨਹੀਂ ਹੋਣੀ ਚਾਹੀਦੀ। ਇੱਕ ਵਿਅਕਤੀ ਅਗਰ ਪੈਸੇ ਘੱਟ ਵੀ ਲੈਂਦਾ ਪਿਆ, ਬਟ ਫਿਰ ਵੀ ਉਹਨੂੰ ਬੈਸਟ ਆਪਣਾ ਦੇਣਾ ਚਾਹੀਦਾ। ਬਟ ਗੱਲ ਹੁੰਦੀ ਆ ਬੈਸਟ ਦੇਣਾ ਚਾਹੀਦਾ, ਡੈਟ ਇਜ਼ ਵੈਰੀ ਗੁੱਡ। ਪਰ ਅਗਰ ਤੁਸੀਂ ਜ਼ਿਆਦਾ ਪੈਸੇ ਲੈਂਦੇ ਹੋ, ਫਿਰ ਤਾਂ ਬਹੁਤ ਜ਼ਿਆਦਾ ਬੈਸਟ ਦੇਣਾ ਪੈਣਾ। ਤਾਂ ਸੀ ਪੁਆਇੰਟ ਦੇ ਵਿੱਚ ਇਹੀ ਗੱਲ ਸਮਝਾਈ ਹੋਈ ਹੈ। The amount of consideration for which services etc are offered. The degree of care depend also on the kind of services offered by the defendant. तो डिफेंडेंट किस तरह ਦੀਆਂ ਸਰਵਿਸਿਜ਼ ਤੁਹਾਨੂੰ ਪ੍ਰੋਵਾਈਡ ਕਰਦਾ ਹੈ, ਇਹਦੇ ਉੱਤੇ ਵੀ ਡਿਗਰੀ ਆਫ ਕੇਅਰ ਡਿਪੈਂਡ ਕਰਦੀ ਹੈ। ਐਂਡ ਕੰਸੀਡਰੇਸ਼ਨ ਚਾਰਜ देयर ऑफ फ्रॉम द प्लेंटिफ, ਤੇ ਪਲੇਂਟਿਫ ਦੇ ਕੋਲੋਂ ਕਿੰਨੇ ਪੈਸੇ ਚਾਰਜ ਕੀਤੇ ਹੋਏ। ਫॉर एग्जांपल वन हु परचेज ए ग्लास ऑफ वाटर फ्रॉम ए ट्रॉली इन द स्ट्रीट, ਅਗਰ ਇੱਕ ਗਲੀ ਦੀ ਟਰਾਲੀ ਤੋਂ ਤੁਸੀਂ ਗਲਾਸ ਆਫ ਵਾਟਰ ਪਰਚੇਸ ਕਰਦੇ ਹੋ 10 ਜਾਂ 25 ਪੈਸੇ ਦੇ ਵਿੱਚ, ਮੰਨ ਲਓ ਅੱਜ 10 ਜਾਂ 25 ਪੈਸੇ ਦੀ ਜਗ੍ਹਾ ਦੇ ਉੱਤੇ ਆਪਾਂ 1 ਜਾਂ 2 ਰੁਪਏ ਦਾ ਅਗਰ ਤੁਸੀਂ ਗਲਾਸ ਦਾ ਪਾਣੀ ਲੈਂਦੇ ਹੋ, ਤੇ ਤੁਹਾਨੂੰ ਸੇਫ ਡਰਿੰਕਿੰਗ ਵਾਟਰ ਮਿਲਣਾ ਚਾਹੀਦਾ ਵਾ, ਜੋ ਤੁਹਾਨੂੰ ਇਨਫੈਕਟ ਨਾ ਕਰੇ। is entitled to safe drinking water which should not ordinarily infect him। ਬਟ ਅਗਰ ਇੱਕ ਵਿਅਕਤੀ ਮਿਨਰਲ ਵਾਟਰ ਬੋਟਲ ਲੈਂਦਾ ਏ, ਮੈਂ ਇੱਥੇ 10 ਰੁਪਏ ਜਾਂ 15 ਰੁਪਏ ਦੀ ਗੱਲ ਨਹੀਂ ਕਰੂੰਗਾ, ਮੈਂ ਇੱਥੇ 25 ਜਾਂ 30 ਰੁਪਏ ਦੀ ਬੋਤਲ ਵਧੀਆ ਦੀ ਗੱਲ ਕਰੂੰਗਾ, then he could justifiable demand higher degree of purity। ਫਿਰ ਤੁਸੀਂ ਜ਼ਿਆਦਾ ਪਿਓਰਿਟੀ ਦੀ ਡਿਮਾਂਡ ਕਰੋਗੇ, ਠੀਕ ਹੈ ਜੀ। ਇਸ ਤੋਂ ਇਲਾਵਾ ਦੀ ਇੱਥੇ ਤੱਕ ਕਰਨ ਤੋਂ ਬਾਅਦ ਵਿੱਚ, ਦੋ ਕੁ ਲਾਈਨਾਂ ਛੱਡਣ ਤੋਂ ਬਾਅਦ ਵਿੱਚ, ਸਿਮਿਲਰਲੀ a patient admitted to a luxury hospital say for rupees 3000 or 5000 a day, ਜਿੱਥੇ 3 ਤੋਂ 5000 ਰੁਪਏ ਤੁਹਾਡੇ ਕੋਲ ਚਾਰਜ ਕੀਤਾ ਜਾ ਰਿਹਾ ਹੈ, would be justified in demanding higher and sophisticated degree। ਫਿਰ ਉਹ ਜ਼ਿਆਦਾ ਵਧੀਆ ਆਪਣੀ ਸਰਵਿਸ ਮੰਗੇਗਾ, ਕੰਫਰਟ ਜ਼ਿਆਦਾ ਮੰਗੇਗਾ, ਕਨਵੀਨੀਅੰਸ ਜ਼ਿਆਦਾ ਮੰਗੇਗਾ, ਤੇ ਇਹ ਵੀ ਕਹੇਗਾ ਕਿ ਮੇਰੀ ਰਿਕਵਰੀ ਜ਼ਿਆਦਾ ਹੋਵੇ then from the infection as could be expected to be in the general ward of the hospital। ਕਹਿਣ ਦਾ ਮਤਲਬ ਅਗਰ ਤੁਸੀਂ ਇੱਕ ਆਈਸੋਲੇਸ਼ਨ ਵਾਰਡ ਲਿੱਤਾ ਵਾ, ਇੱਕ ਵਧੀਆ ਵਾਰਡ ਲਿੱਤਾ ਹੈ, ਤੇ ਤੁਸੀਂ ਇਹ ਵੀ ਚਾਹੋਗੇ ਕਿ ਮੈਨੂੰ ਸਰਵਿਸਿਜ਼ ਜ਼ਿਆਦਾ ਮਿਲਣ ਇਨ ਕੰਪੈਰੀਜ਼ਨ ਟੂ ਜਨਰਲ ਵਾਰਡ। ਉਸੇ ਤਰੀਕੇ ਨਾਲ ਜਦੋਂ ਆਪਾਂ ਰੇਲ ਗੱਡੀ ਦੇ ਵਿੱਚ ਜਾਂਦੇ ਹਾਂ, ਤਾਂ ਰੇਲ ਗੱਡੀ ਦੇ ਵਿੱਚ ਵੀ ਇੱਕ 3 ਟਾਇਰ ਏਸੀ ਹੁੰਦਾ, 2 ਟਾਇਰ ਏਸੀ ਹੁੰਦਾ, 1 ਟਾਇਰ ਏਸੀ ਹੁੰਦਾ ਹੈ, ਤਾਂ ਇੱਕ ਜਨਰਲ ਡੱਬਾ ਹੁੰਦਾ ਹੈ। ਤਾਂ ਜਨਰਲ ਡੱਬੇ ਦੇ ਕੰਪੈਰੀਟਿਵਲੀ ਜੇ ਤੁਸੀਂ 1 ਟਾਇਰ ਏਸੀ ਦੇ ਵਿੱਚ ਜਾਂਦੇ ਪਏ ਹੋ, ਤੇ ਤੁਹਾਨੂੰ ਸਰਵਿਸਿਜ਼ ਵੀ ਤਾਂ ਜ਼ਿਆਦਾ ਵਧੀਆ ਮਿਲਦੀਆਂ ਵਾ। ਤਾਂ ਇਹਦਾ ਮਤਲਬ ਕੀ ਉਸ ਟਾਈਮ ਦੇ ਉੱਤੇ ਰੇਲਵੇ ਦੀ ਵੀ ਡਿਊਟੀ ਬਣ ਜਾਂਦੀ ਹੈ ਕਿ ਤੁਹਾਨੂੰ ਬੈਸਟ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਣ। ਇੱਥੇ ਤੱਕ ਕਰਨ ਤੋਂ ਬਾਅਦ ਇੱਕ ਪੈਰਾ ਛੱਡ ਕੇ ਆਓ ਕਲੌਸ ਮਿੱਟਲ, ਤੋਂ ਇੱਥੇ ਤੱਕ ਹੀ ਕਰ ਲਓ ਹਸਪੀਟਲ ਤੱਕ। ਤਾਂ ਅੱਜ ਦੇ ਲਈ ਆਪਾਂ ਬਸ ਇੰਨਾ ਹੀ ਕਰਾਂਗੇ, ਸਮਾਂ ਬਹੁਤ ਜ਼ਿਆਦਾ ਹੋ ਚੁੱਕਾ ਹੈ ਤੇ ਉਹਨਾਂ ਦਾ ਵੀ ਪੜ੍ਹਨਾ ਵਾ। ਤਾਂ ਅੱਜ ਦੇ ਲਈ ਆਪਾਂ ਇੱਥੇ ਸਟਾਪੇਜ ਕਰਦੇ ਹਾਂ, ਤੇ ਕੱਲ ਮਿਲਦੇ ਹਾਂ ਸਵੇਰੇ।